ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਛੇਵਾਂ ਅਧਿਆਇ। ਅਥ ਕਾਸ਼ਟਮ ਅਧਿਆਇ ਪ੍ਰਾਰੰਭ। ਦੋਹਰਾ। ਚਤੁਰਾਗਤ ਗਤ ਨਰਨ ਕੀ ਕਹੋਂ ਸ਼ਿਵ ਅਧਿਆਏ। ਪਾਂਚ ਸਵਈਏ ਤਾਸ ਕੇ ਚਤਰਨ ਚਿਤ ਬਿਗਸਾਏ। ਚਤੁਰਾਗਤ ਗਤ ਨਰਨ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਛੇਵੇਂ ਅਧਿਆਏ ਦੀ ਆਪਾਂ ਪ੍ਰਾਰੰਭਤਾ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਨ ਲੱਗੇ ਹਾਂ ਜੀ। ਜਿਸ ਛੇਵੇਂ ਅਧਿਆਏ ਦੇ ਵਿੱਚ 4 ਪ੍ਰਕਾਰ ਦੇ ਮਨੁੱਖਾਂ ਦਾ ਦੁਨੀਆ ਦੇ ਉੱਪਰ ਆਉਣ ਜਾਣ ਬਾਰੇ ਦੱਸਣਗੇ। ਛੇਵੇਂ ਅਧਿਆਏ ਦੇ ਵਿੱਚ ਪੰਡਿਤ ਹਰਦਿਆਲ ਜੀ ਨੇ ਬੜੇ ਵਿਚਾਰ ਡੂੰਘੇ ਇਸ ਅਧਿਆਏ ਦੇ ਵਿੱਚ ਲਿਖੇ ਹੋਏ ਆ। ਬੜੇ ਸਮਝਦਾਰ। ਸੋ ਇਸ ਅਧਿਆਏ ਦੇ ਵਿੱਚ ਪੰਡਿਤ ਹਰਦਿਆਲ ਜੀ ਜੋ ਸਿੱਖਿਆ ਦੇ ਰਹੇ ਆ, ਆਪਾਂ ਵਿਚਾਰ ਕਰੀਏ। ਛੇਵਾਂ ਅਧਿਆਏ ਆ। ਅਥ ਕਾਸ਼ਟਮ ਅਧਿਆਏ ਪ੍ਰਾਰੰਭ ਕਰਦੇ ਆ। ਹੱਥ ਕਹੀਏ ਹੁਣ ਐਸੇ ਸਾਰਗਤਾਵਲੀ ਗ੍ਰੰਥ ਦਾ ਕਾਸ਼ਟਮੋਂ ਛੇਵਾਂ ਜਿਹੜਾ ਅਧਿਆਏ ਆ ਉਹ ਪ੍ਰਾਰੰਭ ਕਹੀਏ ਆਰੰਭ ਸ਼ੁਰੂ ਹੁੰਦਾ ਹੈ। ਦੋਹਰਾ। ਚਤੁਰਾਗਤ ਗਤ ਨਰਨ ਕੀ। ਚਤੁਰ ਤੇ ਕੰਨਾਂ ਵਿੱਚੋਂ ਐੜਾ ਨਿਕਲ ਗਿਆ, ਬਣ ਗਿਆ ਆਗਤ। ਆਗਤ ਨਾਮ ਪਹਿਲਾ ਅਰਥ ਵਾਸਤੇ ਲਾਉਣਾ ਆ ਜਿਹੜਾ ਪ੍ਰਕਾਰ ਦਾ। ਚਤੁਰ ਆਗਤ 4 ਤਰ੍ਹਾਂ ਦੇ, 4 ਪ੍ਰਕਾਰ ਦੇ। ਆਗਤ ਨਾਮ ਪ੍ਰਕਾਰ ਦਾ ਲਾਉਣਾ ਅਰਥ ਪਹਿਲਾ। ਚਤੁਰ 4 ਪ੍ਰਕਾਰ ਦੇ ਜਿਹੜੇ ਨਰਨ ਆ ਮਨੁੱਖਾਂ ਦੀ ਗਤ ਕਹੀਏ ਜਿਹੜੀ ਹਾਲਤ ਆ। ਕਹੋਂ ਸ਼ਿਵ ਅਧਿਆਏ। ਸ਼ਿਵ ਦੇ ਵਵੇ ਨੂੰ ਦਲਾਵਾਂ ਦੇ ਨਾਲ ਪਾਠ ਲਾਉਣਾ, ਵਾਵੇ ਨੂੰ ਦਲਾਵਾਂ ਲਾਉਣੀਆਂ। ਕਹਿੰਦੇ ਮੈਂ 4 ਪ੍ਰਕਾਰ ਦੇ ਮਨੁੱਖਾਂ ਦੀ ਜਿਹੜੀ ਹਾਲਤ ਆ, ਪੰਡਿਤ ਹਰਦਿਆਲ ਜੀ ਕਹਿੰਦੇ ਮੈਂ ਛੇਵੇਂ ਅਧਿਆਏ ਦੇ ਵਿੱਚ ਕਹੋਂ ਕਹੀਏ ਕਹਾਂਗਾ, ਕਥਨ ਕਰਾਂਗਾ। ਠੀਕ ਹੈ ਜੀ। ਤੇ ਇੱਥੇ ਵੀ ਪਾਠ ਜਿਹੜੇ ਆ ਵਿਦਵਾਨ ਜਨ ਕਹੇ ਛੇਵੇਂ ਅਧਿਆਏ ਇਵੇਂ ਵੀ ਹੁੰਦਾ। ਕਹੋਂ ਦਾ ਵੀ ਅਰਥ ਵੀ ਕਥਨ ਕਰਾਂਗਾ, ਤੇ ਜੇ ਆਪਾਂ ਕਹੇ ਲਾਵਾਂਗੇ ਅਰਥ ਤੇ ਫਿਰ ਇਹ ਬਣੂਗਾ ਵੀ ਇਹ 4 ਪ੍ਰਕਾਰ ਦੇ ਮਨੁੱਖਾਂ ਦੀ ਜਿਹੜੀ ਹਾਲਤ ਆ ਛੇਵੇਂ ਅਧਿਆਏ ਵਿੱਚ ਕਹੇ ਕਹੀਏ ਕਹਿਣਗੇ ਪੰਡਿਤ ਹਰਦਿਆਲ ਜੀ, ਫਿਰ ਇੱਦਾਂ ਹੋ ਜਾਊਗਾ। ਸੋ ਮੁੱਖ ਪਾਠ ਇਹੀ ਰੱਖਣਾ ਆ। ਚਤੁਰਾਗਤ ਗਤ ਨਰਨ ਕੀ ਕਹੋਂ ਛੇਵੇਂ ਅਧਿਆਏ। ਕਹਿੰਦੇ ਵੀ ਮੈਂ ਪੰਡਿਤ ਹਰਦਿਆਲ ਹੀ ਕਿਉਂਕਿ ਕਹਿ ਰਹੇ ਨਾ, ਇਸ ਕਰਕੇ 4 ਪ੍ਰਕਾਰ ਦੇ ਮਨੁੱਖਾਂ ਦੀ ਹਾਲਤ ਮੈਂ ਛੇਵੇਂ ਅਧਿਆਏ ਦੇ ਵਿੱਚ ਕਹੋਂ ਕਹੀਏ ਕਥਨ ਕਰਾਂਗਾ, ਕਹਾਂਗਾ। ਹਾਂਜੀ। ਤੇ ਦੂਜੇ ਰੂਪ ਵਿੱਚ ਵੀ 4 ਪ੍ਰਕਾਰ ਦੇ ਮਨੁੱਖਾਂ ਦੀ ਜਿਹੜੀ ਹਾਲਤ ਆ ਉਹ ਛੇਵੇਂ ਅਧਿਆਏ ਦੇ ਵਿੱਚ ਕਹੇ ਕਹੀਏ ਕਹਿਣਗੇ ਪੰਡਿਤ ਹਰਦਿਆਲ ਜੀ, ਕਥਨ ਕਰਨਗੇ। ਇਹ ਟੀਕਾਕਾਰ ਕਹਿ ਰਿਹਾ। ਹਾਂਜੀ। ਫਿਰ ਇਹਦਾ ਅਰਥ ਚਤੁਰ ਦਾ ਅਰਥ ਹੁੰਦਾ ਚਲਾਕ, ਸਿਆਣਾ। ਸਿਆਣੇ ਪੁਰਖਾਂ ਦੇ ਕਥਨ ਅਨੁਸਾਰ ਜਿਹੜੇ ਮਨੁੱਖ ਨਰਨ ਕਹੀਏ ਮਨੁੱਖਾਂ ਦੀ ਜਿਹੜੀ ਆਗਤ ਕਹੀਏ ਆਉਣ, ਤੇ ਗਤ ਕਹੀਏ ਜਾਣ ਦੀ, ਗਤ ਕਹੀਏ ਹਾਲਤ, ਵਿੱਚੋਂ 2 ਅਰਥ ਕੱਢ ਲੈਣੇ। 4 ਪ੍ਰਕਾਰ ਦੇ ਜਿਹੜੇ ਮਨੁੱਖ ਆ ਉਹ ਚਤੁਰ ਸਿਆਣੇ ਪੁਰਖਾਂ ਦੇ ਅਨੁਸਾਰ ਉਹਨਾਂ ਦੀ ਜਿਹੜੀ ਆਗਤ ਨਾਮ ਆਉਣ ਦਾ, ਗਤ ਨਾਮ ਜਾਣ ਦਾ। ਆਉਣ ਜਾਣ ਦੀ ਹਾਲਤ ਕਹਿੰਦੇ ਕਹੋਂ ਛੇਵੇਂ ਅਧਿਆਏ। ਇਹ ਛੇਵੇਂ ਅਧਿਆਏ ਦੇ ਵਿੱਚ ਕਹੋਂ ਕਹੀਏ ਕਥਨ ਕਰਾਂਗਾ ਕਿ ਸਿਆਣੇ ਮਨੁੱਖ ਪੁੰਨੀ ਤੇ ਉਹ ਕਿਵੇਂ ਸੰਸਾਰ ਵਿੱਚ ਆਉਂਦੇ ਤੇ ਕਿਵੇਂ ਆਉਂਦੇ ਆ, ਕਿਵੇਂ ਜਾਣਾ ਉਹਨਾਂ ਦਾ। ਤੇ ਪਾਪੀ ਜੀਵਾਂ ਦੇ ਆਉਣ ਜਾਣ ਬਾਬਤ ਜਿਹੜਾ ਉਹ ਇਹਦੇ ਵਿੱਚ ਕਥਨ ਕਰਨਗੇ। ਕਹਿੰਦੇ ਉਹ ਮੈਂ ਇੱਥੇ ਬਿਆਨ ਕਰਾਂਗਾ ਇਸ ਅਧਿਆਏ ਦੇ ਵਿੱਚ। ਠੀਕ ਹੈ, ਸਮਝ ਆ ਗਈ ਨਾ। 5 ਸਵਈਏ ਤਾਸ ਕੇ
ਆਸ ਕੇ ਕਹੀਏ ਇਸ ਦੇ ਜਾਂ ਤਿਸ 6ਵੇਂ ਅਧਿਆਏ ਦੇ ਵਿੱਚ ਜਿਹੜੇ ਸਵਈਏ ਸੰਪੂਰਨ 5 ਆਉਣਗੇ। 5 ਸਵਈਏ ਛੰਦ ਆਉਣਗੇ, ਸਾਰੇ ਪਾਸ ਸਵਈਏ ਹੀ ਆਉਣਗੇ। ਚਤਰਨ ਚਿਤ ਵਿਕਸਾਏ, ਜੋ ਇਹ 5 ਸਵਈਏ ਚਤਰਨ ਕਹੀਏ ਸਿਆਣੇ ਪੁਰਸ਼ਾਂ, ਬਹੁ ਵੱਜ ਗਿਆ। ਚਤਰਨ ਦਾ ਇੱਕ, ਚਤਰਨ ਕਹੀਏ ਬਹੁਤੇ। ਸਿਆਣੇ ਪੁਰਸ਼ਾਂ ਦੇ ਚਿੱਤ ਨੂੰ ਜਿਹੜਾ ਵਿਕਸਾਏ ਕਹੀਏ ਵਿਕਸਾਉਣ ਵਾਲੇ, ਪ੍ਰਸੰਨ ਕਰਨ ਵਾਲੇ। ਵਿਕਸਾਏ ਕਹੀਏ ਖੁਸ਼ ਕਰਨ ਵਾਲੇ। ਇਹ 5 ਸਵਈਏ ਤਿਸ ਕਹੀਏ 6ਵੇਂ ਅਧਿਆਏ ਦੇ ਜਿਹੜੇ ਚਤਰਨ ਸਿਆਣੇ ਪੁਰਸ਼ ਆ, ਉਹਨਾਂ ਦੇ ਚਿੱਤ ਨੂੰ ਵਿਕਸਾਏ ਖਿਡਾਉਣ ਵਾਲੇ ਆ, ਉਹਨਾਂ ਨੂੰ ਪ੍ਰਸੰਨ ਕਰਨ ਵਾਲੇ ਆ, ਉਹਨਾਂ ਨੂੰ ਖੁਸ਼ ਕਰਨ ਵਾਲੇ ਆ। ਇਹ ਖੁਸ਼ ਕਰਨਗੇ ਜਿਹੜੇ ਚਤਰ ਪੁਰਖ ਹੈ ਨਾ, ਸੁਗੜ ਸਿਆਣੇ ਸਮਝਦਾਰ, ਉਹਨਾਂ ਦੇ ਚਿੱਤ ਦਿਲ ਨੂੰ ਮਨ ਨੂੰ ਕਵਲ ਫੁੱਲ ਵਾਂਗ ਖਿਡਾਉਣ ਵਾਲੇ ਹੋਣਗੇ। ਮਾਨੋ ਇਹ 5 ਸਵਈਏ ਕੀ ਆ, ਸੂਰਜ ਦੀ ਨਹੀਂ ਆ, ਅਤੇ ਚਿੱਤ ਜਿਹੜਾ ਆ ਇਹ ਮਾਨੋ ਕਮਲ ਫੁੱਲ ਦੀ ਨਹੀਂ, ਇਸ ਤਰ੍ਹਾਂ ਖਿਡਾਉਣਗੇ। ਸਵਈਆ ਪਾਠ ਦਾ ਧਿਆਨ ਰੱਖਣਾ। ਚਤੁਰਾਗਤ ਗਤ ਨਰਨ ਕੀ ਕਹੋਂ ਸ਼ਿਵੈ ਅਧਿਆਏ, ਇਹ ਮੁੱਖ ਰੱਖਣਾ। ਦੂਜਾ ਪਾਠ ਇੱਦਾਂ, ਚਤੁਰਾਗਤ ਗਤ ਨਰਨ ਕੀ ਕਹੇ ਸ਼ਿਵੈ ਅਧਿਆਏ, ਅਰਥ ਦੋਵਾਂ ਦੇ ਕਰ ਦਿੱਤੇ। ਸਵਈਆ ਕਵਿਤਾ ਤਿਖਣਾ ਅਤਿਸੈ ਜਿਨ ਕੀ, ਹੁਣ ਦੱਸਣ ਲੱਗੇ ਆ ਇਸ ਸਵਈਏ ਛੰਦ ਵਿੱਚ। ਜਿਨ੍ਹਾਂ ਮਨੁੱਖਾਂ ਦੀ, ਹਾਂਜੀ ਜਿਨ ਕੀ ਕਹੀਏ ਜਿਨ੍ਹਾਂ ਮਨੁੱਖਾਂ ਦੀ ਤਿਖਣਾ ਕਹੀਏ ਬੁੱਧੀ ਅਤਿਸ਼ੈ ਕਰਕੇ ਕਵਿਤਾ ਨੂੰ ਉਚਾਰਨ ਵਾਲੇ, ਹਾਂਜੀ ਵੀ ਜਿਨ੍ਹਾਂ ਨੂੰ ਅਤਿਸ਼ੈ ਕਰਕੇ ਸੁੰਦਰ ਕਵਿਤਾ ਲਿਖਣੀ ਬੋਲਣੀ ਆਉਂਦੀ ਆ, ਅਤੇ ਜਿਨ੍ਹਾਂ ਦੀ ਬੁੱਧੀ ਬਹੁਤ ਤੇਜ਼ ਆ, ਇੱਦਾਂ ਵੀ ਬਣ ਜਾਂਦਾ। ਜਿਨ ਕੀ ਜਿਨ੍ਹਾਂ ਦੀ ਜਿਹੜੀ ਹੈ ਤਿਖਣਾ ਕਹੀਏ ਬੁੱਧੀ ਅਤਿਸ਼ੈ ਕਰਕੇ ਬਹੁਤ ਕਵਿਤਾ ਵਾਲੀ, ਬੜੀ ਕਵਿਤਾ ਉਹ ਨਾ ਉਚਾਰਦੇ ਆ। ਜਾਂ ਵੀ ਜਿਨ ਕੀ ਜਿਨ੍ਹਾਂ ਪੁਰਸ਼ਾਂ ਨੂੰ ਅਤਿਸ਼ੈ ਕਰਕੇ ਬੇਅੰਤ ਕਰਕੇ ਅਤਿਅੰਤ ਆਹ ਕਵਿਤਾ ਜਿਹੜੀ ਆ ਸੁੰਦਰ ਬੋਲਣੀ ਲਿਖਣੀ ਉਚਾਰਨੀ ਬੜੀ ਵਧੀਆ ਆਉਂਦੀ ਬਣਾਉਣੀ। ਅਤੇ ਫਿਰ ਜਿਨ੍ਹਾਂ ਦੀ ਤਿਖਣਾ ਬੁੱਧੀ ਬਹੁਤ ਤੇਜ਼ ਆ, ਪੁਨ ਜਾਸ ਕਲੇਵਰ ਰੋਗ ਬਿਲਾਇਓ, ਪੁਨ ਕਹੀਏ ਫਿਰ ਜਾਸ ਜਿਸ ਦੇ, ਜਾਸ ਕਹੀਏ ਜਾਸ ਦੇ ਜਿਨ੍ਹਾਂ ਦੇ ਜਾਂ ਜਾਸ ਜਿਸ ਦੇ, ਕਲੇਵਰ ਕਹੀਏ ਸਰੀਰ ਦੇ ਸਾਰੇ ਰੋਗ ਵੀ ਬਿਲਾਇਓ ਕਹੀਏ ਨਾਸ ਹੋਏ ਗਏ ਹਨ, ਭਾਵ ਜਿਨ੍ਹਾਂ ਦੇ ਸਰੀਰ ਨੂੰ ਕੋਈ ਰੋਗ ਨਹੀਂ ਹੈ, ਅਰੋਗ ਹਨ। ਜਾਸ ਕਹੀਏ ਜਿਸ ਦੇ ਜਾਂ ਜਿਨ੍ਹਾਂ ਦੇ, ਕਲੇਵਰ ਕਹੀਏ ਸਰੀਰ ਵਿੱਚ ਰੋਗ ਬਿਲਾਇਓ ਕਹੀਏ ਨਾਸ ਹੋ ਗਿਆ, ਕੋਈ ਰੋਗ ਨਹੀਂ ਹੈ, ਦੇ ਨਵੀਨ ਰੋਈ ਹੈ। ਅਬਲਾ ਅਨੁਰਾਗ ਕਰੇ ਜਿਨ ਸੋ, ਫਿਰ ਅਬਲਾ ਨਾਮ ਇਸਤਰੀ ਦਾ ਹੁੰਦਾ। ਅਨੁਰਾਗ ਕਰੈ ਪਾਠ 'ਤੇ ਦਲਾਵਾਂ ਲੱਗਣੀਆਂ। ਅਬਲਾ ਅਨੁਰਾਗ ਕਰੇ ਜਿਨ ਸੋ ਕਹੀਏ ਫਿਰ ਜਿਨ੍ਹਾਂ ਦੇ ਨਾਲ, ਸੋ ਦਾ ਅਰਥ ਹੁੰਦਾ ਨਾਲ, ਜਿਨ੍ਹਾਂ ਦੇ ਨਾਲ ਉਹਨਾਂ ਦੀਆਂ ਅਬਲਾ ਕਹੀਏ ਘਰ ਵਾਲੀਆਂ ਇਸਤਰੀਆਂ ਪਤਨੀਆਂ, ਅਨੁਰਾਗ ਕਹੀਏ ਬੇਅੰਤ ਪ੍ਰੇਮ ਕਰਦੀਆਂ ਹਨ। ਜਿਨ੍ਹਾਂ ਦੇ ਨਾਲ, ਜਿਨ੍ਹਾਂ ਮਨੁੱਖਾਂ ਦੇ ਨਾਲ ਉਹਨਾਂ ਦੀਆਂ ਅਬਲਾ ਇਸਤਰੀਆਂ ਅਨੁਰਾਗ ਕਹੀਏ ਪ੍ਰੇਮ ਕਰਦੀਆਂ। ਪੁਨ ਹਾਟਕ ਲਾਭ ਜਿਸੈ ਅਧਿਕਾਇਓ, ਜਿਸੈ ਦੇ ਪਾਠ 'ਤੇ ਵੀ ਦਲਾਵਾਂ ਲੱਗਣੀਆਂ। ਪੁੰਨ ਦੇ ਨੰਨੇ ਨੂੰ ਸਿਹਾਰੀ ਪੈਣੀ, ਇਹ ਪਾ ਲਿਓ। ਅਤੇ ਫਿਰ ਪੁੰਨ ਕਹੀਏ ਜਿਨ੍ਹਾਂ, ਫਿਰ ਜਿਸ ਮਨੁੱਖ ਨੂੰ, ਹਾਂਜੀ ਜਿਸੈ ਕਹੀਏ ਜਿਸ ਮਨੁੱਖ ਨੂੰ, ਹਾਟਕ ਕਹੀਏ ਸੋਨਾ ਆਦਿ ਜਾਂਦੀ, ਸੋਨੇ ਤੋਂ ਆਦਿ ਕੋਲੋਂ ਲਾ ਲੈਣਾ, ਸੋਨੇ ਆਦਿ ਦੇ ਜਿਹੜਾ ਵਪਾਰ ਕਰਦਿਆਂ ਅਤੇ ਉਸ ਵਪਾਰ ਵਿੱਚ ਜਿਸ ਨੂੰ ਬਹੁਤ ਜ਼ਿਆਦਾ ਲਾਭ ਨਫਾ ਪ੍ਰਾਪਤ ਅਧਿਕਾਏ ਕਹੀਏ, ਬਹੁਤ ਲਾਭ ਵੀ ਹੁੰਦਾ ਹੋਵੇ, ਬੜਾ ਲਾਭ ਹੋਇਆ ਹੋਵੇ ਜਾਂ ਹੁੰਦਾ ਹੋਵੇ। ਸੁਪਨੇ ਕੇ ਮੁਝਾਰ ਸੁਚੇਤ ਰਹਿਣ, ਫਿਰ ਜੋ ਪੁਰਸ਼ ਸੁਪਨੇ ਕਹੀਏ ਸੁਪਨੇ ਦੇ ਮੁਝਾਰ ਕਹੀਏ ਵਿੱਚ ਵੀ ਆਪਣੇ ਧਰਮ ਉੱਪਰ ਸੋਚੇ
ਸ੍ਰੇਸ਼ਟ ਚੇਤਨਾ ਵਿੱਚ ਹੋਵਿਆਂ ਸੁਚੇਤ ਸਾਵਧਾਨ ਰਹਿ ਗਈ ਰਹਿੰਦਾ ਹੋ। ਭਾਵ ਸੁਪਨੇ ਵਿੱਚ ਹੀ ਮੰਦ ਖਿਆਲਾਂ ਤੋਂ ਸਾਵਧਾਨ ਰਹਿੰਦਾ ਹੋਵੇ, ਸੁਪਨੇ ਵਿੱਚ ਵੀ ਕਲੰਕਤ ਨਾ ਹੁੰਦਾ ਹੋਵੇ, ਮੈਲਾ ਨਾ ਹੁੰਦਾ ਹੋਵੇ ਸਾਡੇ ਲੋਕਾਂ ਵਾਂਗ। ਸੁਪਨੇ ਦੇ ਵਿੱਚ ਵੀ ਜਿਹੜਾ ਸੁਚੇਤ ਹੈ ਚੇਤਨਾ ਦੇ ਸਹਿਤ ਰਹਿੰਦਾ ਹੋਵੇ, ਰਹੇ ਕਹੀਏ ਰਹੇ ਰਹਿੰਦਾ ਹੈ। ਪੁਨ ਸਾਜਨ ਮੈਂ ਅਤ ਸਹਿ ਜਸ ਛਾਇਓ। ਪੁਨ ਕਹੀਏ ਫਿਰ ਜਿਸ ਮਨੁੱਖ ਦਾ ਆਪਣੇ ਸਾਜਨ ਕਹੀਏ ਮਿੱਤਰਾਂ ਸੱਜਣਾ ਦੇ ਵਿੱਚ ਅਤਿਸ਼ੈ ਕਰਕੇ ਬਹੁਤ ਜਸ ਛਾਇਓ ਛਾਇਆ ਹੋਵੇ, ਭਾਵ ਸਾਰੇ ਜਸ ਕਰਦੇ ਹੋਣ, ਬੜੀ ਵਡਿਆਈ ਕਰਦੇ ਹੋਣ, ਕਿਤੇ ਈਰਖਾ ਰਤਾ ਨਾ ਹੋਵੇ। ਜਿਸ ਮੈਂ ਖਟ ਲਖਣ ਇਹ ਲਖੀਐ, ਜਿਸ ਵਿੱਚ ਇਹ 6 ਲੱਛਣ ਹਾਂਜੀ ਲਖੀਏ ਕਹੀਏ ਜਾਣੀ। ਜਿਸ ਪੁਰਸ਼ ਵਿੱਚ ਇਹ ਖਟ ਲੱਛਣ ਇਹ ਲਖੀਏ ਕਹੀਏ ਇਹ ਜਾਣੀਏ, ਵਹਿ ਮਨੁੱਖ ਨਾਗ ਗਿਰਿਓ ਸ਼ਿਤ ਆਇਓ। ਕਹਿੰਦੇ ਵਹਿ ਮਨੁੱਖ ਉਹ ਮਨੁੱਖ ਤੇ ਨਾਗ ਕਹੀਏ ਸਵਰਗ ਦੇ ਪੁਰੀ ਤੋਂ ਹੀ ਗਿਰਿਆ ਕਹੀਏ ਡਿੱਗ ਕੇ, ਛਿਤ ਕਹੀਏ ਧਰਤੀ ਦੇ ਉੱਪਰ, ਆਇਓ ਕਹੀਏ ਆਇਆ ਹੈ। ਤੇ ਆਹ ਲੱਛਣ ਵੀ ਕਿੰਨੇ ਬਣਦੇ ਆ। ਕਵਿਤਾ ਲਿਖਣਾ, ਬੁੱਧੀ ਜੀ ਦੀ ਕਵਿਤਾ ਲਿਖਣ ਵਿੱਚ ਬੜੀ ਮਹਾਨ ਆ, ਜਾਂ ਬੁੱਧੀ ਬੜੀ ਤੇਜ਼, ਦੋ ਹੋ ਗਏ ਹਾਂਜੀ। ਤੇ ਸਰੀਰ ਨਿਰੋਗ 3, ਅਬਲਾ ਅਨੁਰਾਗ ਕਰੇ 4, ਸੋਨੇ ਵਿੱਚ ਲਾਭ 5, ਸੁਪਨੇ ਵਿੱਚ ਸੁਚੇਤ, ਸੱਜਣਾ ਮਿੱਤਰਾਂ ਵਿੱਚ ਕੀ ਆ ਬੜਾ ਜਸ, ਇਹ 7 ਹੋ ਗਏ। ਇੱਥੇ ਪਾਠ ਵਿਦਵਾਨ ਜਨ 7 ਵੀ ਕਰਦੇ, ਜਿਸ ਮੈਂ 7 ਲੱਖਣ ਇਹ ਲਿਖੇ। ਜੇ ਇੱਦਾਂ ਆਪਾਂ ਕਰਾਂਗੇ ਬੁੱਧੀ ਨੂੰ ਵੱਖਰਾ ਕਰਕੇ ਤੇ ਕਵਿਤਾ ਲਿਖਣੀ ਵੱਖਰਾ ਕਰਕੇ ਲਿਖਾਂਗੇ, 7 ਲੱਛਣ ਹੋ ਜਾਣਗੇ। ਫਿਰ ਪਾਠ ਹੋ ਜਾਊਗਾ ਜਿਸ ਮੈਂ ਖਟ 7 ਲੱਖਣ ਇਹ ਲਿਖੀਏ, ਜਿਸ ਵਿੱਚ 7 ਲੱਛਣ ਇਹ ਚਿੰਨ੍ਹ ਪ੍ਰਮਾਣ ਨਿਸ਼ਾਨ ਜਾਣੀਏ। ਵਹਿ ਮਨੁੱਖ ਉਹ ਮਨੁੱਖ ਸਵਰਗ ਤੋਂ ਮਾਨੋ ਗਿਰਿਆ ਡਿੱਗ ਕੇ ਛਿਤ ਧਰਤੀ 'ਤੇ ਆਇਆ ਹੈ। ਅਤੇ ਜਿਸ ਮੈਂ 7 ਦਾ ਅਰਥ ਨਿਸ਼ਚੈ ਵੀ ਹੁੰਦਾ, ਜਿਹੜੇ ਉੱਪਰ ਦੱਸੇ ਆ ਨਾ ਸਾਰੇ, ਜੇ ਆਪਾਂ ਗਿਣਤੀ ਨਾ ਕਰੀਏ ਸਿੱਧਾ ਹੀ ਲਿਖੀਏ ਵੀ ਸੁਪਨੇ ਬਜਾ ਸੁਚੇਤ ਰਹੇ, ਸੁਪਨੇ ਬਿੰਦਰਾਂ ਦੇਈ ਝਰਨਾ, ਇਹ ਜਿਹੜੇ ਸਾਰੇ ਗੁਣ ਆ ਜਿਸ ਵਿੱਚ ਇਹ 7 ਜਿਸ ਮੈਂ 7 ਲੱਖਣ ਇਹ ਲਿਖੀ। 7 ਦਾ ਅਰਥ 7 ਵੀ ਹੁੰਦਾ ਅਤੇ 7 ਦਾ ਅਰਥ ਨਿਸ਼ਚੈ ਵੀ ਹੁੰਦਾ। ਜਿਸ ਵਿੱਚ ਨਿਸ਼ਚੈ ਕਰਕੇ ਇਹ ਲੱਛਣ ਜਿਹੜੇ ਨਿਸ਼ਾਨ ਉੱਪਰ ਦੱਸੇ ਹੋਏ ਲਖੀਏ ਕਹੀਏ ਜਾਣੀਏ ਹਾਂਜੀ। ਉਹ ਵਹਿ ਕਹੀਓ ਮਨੁੱਖ ਨਗ ਕਹੀਏ ਸਵਰਗ ਦੇ ਪੁਰੀ ਤੋਂ ਗਿਰਿਆ ਡਿੱਗਿਆ ਵਾ ਅਤੇ ਡਿੱਗ ਕੇ ਛਿਤ ਧਰਤੀ 'ਤੇ ਆਇਆ ਹੈ। ਉਹ ਮਾਨੋ ਦੇਵਤਾ ਹੀ ਹੈ। ਦਾਨ ਪ੍ਰਸੰਗ ਸਦੀਵ ਕਰੇ, ਦਾਨ ਪ੍ਰਸੰਗ ਸਦੀਵ ਕਰੇ। ਹੁਣ ਅਗਲਾ ਸਵਈਆ ਉਚਾਰ ਰਹੇ हैं। ਦਾਨ ਪ੍ਰਸੰਗ ਸਦੀਵ ਕਰੇ, ਜੋ ਸਦਾ ਹੀ ਦਾਨ ਪੁੰਨ ਦੀਆਂ ਗੱਲਾਂ ਕਰਦਾ ਹੈ। ਪ੍ਰਸੰਗ ਹੁੰਦਾ ਗੱਲਾਂ ਬਾਤਾਂ ਕਹਾਣੀਆਂ। ਜਿਹੜਾ ਮਨੁੱਖ ਸਦੀਵ ਕਹੀਏ ਹਮੇਸ਼ਾ ਹੀ ਦਾਨ ਦੇਣ ਦੀਆਂ ਗੱਲਾਂ ਬਾਤਾਂ ਦਾ ਪ੍ਰਸੰਗ ਕਰੇ ਕਹੀਏ ਕਰਦਾ ਰਹਿੰਦਾ ਹੈ, ਪਾਪ ਪੁੰਨ ਦਾਨ ਦੀਆਂ ਗੱਲਾਂ ਹੀ ਕਰਦਾ ਰਹਿੰਦਾ ਵੀ ਇੱਦਾਂ ਕਰੀਏ ਇੱਦਾਂ ਕਰੀਏ। ਫਿਰ ਪਰਮਾਤਮਾ ਦੇਵ ਭਜੇ ਚਿਤ ਲਾਈ। ਫਿਰ ਦੇਵ ਜੋ ਪੂਜਨੀਕ ਪ੍ਰਕਾਸ਼ ਸਰੂਪ ਪਰਮਾਤਮਾ ਹੈ, ਉਸ ਨੂੰ ਚਿੱਤ ਕਹੀਏ ਚਿੱਤ ਲਾ ਕੇ ਮਨ ਲਾ ਕੇ ਭਜੇ ਕਹੀਏ ਸਿਮਰਦਾ ਰਹਿੰਦਾ। ਦੇਵ ਦਾ ਅਰਥ ਹੁੰਦਾ ਵਾ ਪ੍ਰਕਾਸ਼ ਸਰੂਪ ਵੀ, ਠੀਕ ਹੈ ਜੀ। ਅਤੇ ਦੇਵ ਦਾ ਅਰਥ ਹੁੰਦਾ ਦੇਣ ਵਾਲਾ ਵਾ ਕਹੀਏ ਵਰਦਾਨ। ਉਹ ਕੌਣ ਹੈ? ਪਰਮਾਤਮਾ ਹੀ ਹੈ ਹਾਂਜੀ। ਪਰਮਾਤਮਾ ਹੀ ਦਾਨ ਦੇਣ ਵਾਲਾ, ਵਰਦਾਨ ਦੇਣ ਵਾਲਾ, ਸਭ ਤਰ੍ਹਾਂ ਦੇ ਵਰਦਾਨ ਦੇਣ ਵਾਲਾ, ਲక్ష్ਮੀ ਦੇ, ਧਨ ਦੇ, ਮਾਤਾ ਪਿਤਾ, ਧੀਆਂ ਪੁੱਤਾਂ ਦੇ, ਸਾਰਿਆਂ ਦੇ। ਇਸ ਤਰ੍ਹਾਂ ਪ੍ਰਕਾਸ਼ ਰੂਪ ਪਰਮਾਤਮਾ ਜਾਂ ਦੇਣ ਵਾਲਾ ਵਰਦਾਨਾਂ ਨੂੰ ਪਰਮਾਤਮਾ
ਜਿਹੜਾ ਫਿਰ ਮਨੁੱਖ ਇਸ ਪਰਮਾਸੇ ਪਰਮਾਤਮਾ ਨੂੰ ਚਿੱਤ ਲਾ ਕੇ ਮਨ ਲਾਈ ਕਈ ਲਾ ਕੇ ਭਜੇ ਸਿਮਰਦਾ ਰਹਿੰਦਾ ਹੈ। ਜਾਸ ਗਿਰਾ ਮਧਰੀ ਅਤ ਸਹਿ, ਫਿਰ ਜਾਸ ਜਿਸ ਮਨੁੱਖ ਦੀ ਗਿਰਾ ਬਾਣੀ ਬੋਲੀ ਬਚਨ ਉਹ ਵੀ ਅਤ ਸਹਿ ਕਰਕੇ ਬਹੁਤ ਅਤਿਅੰਤੀ ਮਧਰੀ ਕਹੀਏ ਮਿੱਠੀ ਹੈ, ਮਿੱਠਾ ਹੀ ਬੋਲਦਾ ਸਾਰਿਆਂ ਨੂੰ। ਨਿਤ ਸੇਵਤ ਜੋ ਧਰਮੀ ਨਰ ਤਾਈ, ਫਿਰ ਜੋ ਕਹੀਏ ਜਿਹੜਾ ਮਨੁੱਖ ਨਿਤਾ ਪ੍ਰਤੀ ਧਰਮੀ ਕਹੀਏ ਧਰਮੀ ਨਰ, ਧਰਮੀ ਨਰ ਧਰਮੀ ਮਨੁੱਖਾਂ ਦੇ ਤਾਈਂ ਸੇਵਤ ਕਹੀਏ ਸੇਵਦਾ ਰਹਿੰਦਾ, ਭਾਵ ਹਮੇਸ਼ਾ ਧਰਮਾਤਮਾ ਪੁਰਸ਼ਾਂ ਦਾ ਸਤਸੰਗ ਕਰਦਾ ਅਤੇ ਭੋਜਨ ਆਦਿ ਨਾਲ ਉਹਨਾਂ ਦੀ ਸੇਵਾ ਕਰਦਾ, ਕੱਪੜੇ ਆਦਿਕ ਦੇ ਕੇ ਜੋੜੇ ਆਦਿਕ ਦੇ ਕੇ ਨਿਤ ਹਮੇਸ਼ਾ ਜੋ ਸੇਵਤ ਕਹੀਏ ਸੇਵਦਾ ਰਹਿੰਦਾ ਹੈ। ਧਰਮੀ ਪੁਰਸ਼ਾਂ ਦੇ ਤਾਈਂ, ਧਰਮੀ ਲੋਕਾਂ ਦੇ ਤਾਈਂ। ਜਾ ਜਨ ਕੇ ਮਨ ਮੈਂ ਨਿਤ ਹੀ, ਫਿਰ ਜਾ ਕਹੀਏ ਜਿਸ ਜਨ ਕੇ ਜਿਸ ਮਨੁੱਖ ਦੇ ਜਿਸ ਪੁਰਸ਼ ਦੇ ਮਨ ਦੇ ਵਿੱਚ ਨਿਤ ਹੀ ਕਹੀਏ ਹਮੇਸ਼ਾ ਹੀ ਗੁਣ ਚਾਰ ਬਿਰਾਜਤ ਇਹ ਸੁਖਦਾਈ। ਇਹ ਜਿਹੜੇ ਚਾਰ ਗੁਣ ਉੱਪਰ ਦੱਸ ਦਿੱਤੇ ਆ ਤੇ ਸੁਖ ਦੇਣ ਵਾਲੇ ਹੈ ਤੇ ਬਿਰਾਜਤ ਕਹੀਏ ਬਿਰਾਜਦੇ ਆ, ਵਸਦੇ ਹਰ ਵੇਲੇ। ਇਹ ਚਾਰ ਗੁਣ ਜਿਸ ਦੇ ਹ੍ਰਿਦੇ ਵਿੱਚ ਹਮੇਸ਼ਾ ਸਰੀਰ ਦੇ ਅੰਦਰ ਬਿਰਾਜਦੇ ਵਸਦੇ ਆ, ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਹਮੇਸ਼ਾ ਹੀ ਇਹੋ ਜਿਹੇ ਗੁਣ ਦਾਨ ਵਾਲੇ ਪ੍ਰਸੰਗ, ਪਰਮਾਤਮਾ ਦਾ ਸਿਮਰਨ ਕਰਨਾ, ਬਾਣੀ ਮਿੱਠੀ, ਧਰਮੀ ਪੁਰਸ਼ਾਂ ਦੀ ਸੇਵਾ ਕਰਨੀ, ਕਹਿੰਦੇ ਉਹਨਾਂ ਦੀ ਕੀ ਮੈਂ ਦੱਸਾਂ। ਤੇ ਨਰ ਭੂਮ ਬਿਰਾਜਤ ਹੀ, ਕਹਿੰਦੇ ਪੰਡਤ ਹਰਦਿਆਲ ਜੀ ਵੀ ਤੇ ਨਰ ਉਹ ਜਿਹੜੇ ਮਨੁੱਖ ਆ ਇਸ ਭੂਮ ਧਰਤੀ ਦੇ ਉੱਤੇ ਵਿਰਾਜਦੇ ਹੀ ਵਸਦੇ ਹੀ ਰਹਿੰਦੇ ਹੀ ਸਵਰਗੇ ਵਸ ਹੈ, ਉਹਦੇ ਸਵਰਗ ਵਿੱਚ ਵਸਦੇ ਸਵਰਗ ਵਿੱਚ ਵਸਦੇ ਹੈ। ਸਹਿਸੋ ਨਹਿਰਾਈ, ਇਸ ਗੱਲ ਵਿੱਚ ਰਾਈ ਮਾਤਰ ਕਿਣਕਾ ਮਾਤਰ ਥੋੜਾ ਮਾਤਰ ਵੀ ਕੋਈ ਸਹਿਸੋ ਸੰਸਾ ਨਹੀਂ ਹੈ, ਭਰਮ ਨਹੀਂ ਹੈ, ਸ਼ੰਕਾ ਨਹੀਂ ਹੈ। ਉਹ ਮਹਾਨ ਪੁਰਸ਼ ਆ, ਸਹਿਸੋ ਨਹੀਂ, ਸ਼ੱਕ ਸੁਭਾਅ ਉਹਨਾਂ ਦੀ ਬਿਲਕੁਲ ਨਹੀਂ ਕਰਨਾ ਚਾਹੀਦਾ। ਉਹ ਪੁਰਸ਼ ਧਰਤੀ 'ਤੇ ਬਿਰਾਜਦੇ ਹੋਏ ਵੀ ਸਵਰਗੇ ਵਸ ਹੈ, ਸਵਰਗ ਵਿੱਚ ਹੀ ਵਸਦੇ ਹੈ। ਇਹਦੇ ਵਿੱਚ ਸਹਿਸਾ ਰਾਈ ਮਾਤਰ ਜਿੰਨਾ ਵੀ ਸਹਿਸਾ ਨਹੀਂ ਹੈ, ਥੋੜਾ ਮਾਤਰ ਵੀ ਉਹਨਾਂ ਸਹਿਸਾ ਨਹੀਂ ਹੈ। ਅਗਲਾ ਸਵਈਆ ਉਚਾਰ ਰਹੇ, ਲੋਭ ਕੀ ਅੰਸ਼ ਨਹੀਂ ਜਿਸ ਕੋ, ਜਿਸ ਮਨੁੱਖ ਕੋ ਦਾ ਅਰਥ ਦੇ ਦਾ, ਕੋ ਦਾ ਅਰਥ ਨੂਮ ਹੀ ਹੁੰਦਾ, ਇੱਥੇ ਦੇ ਜਿਸ ਕੋ ਕਹੀਏ ਜਿਸ ਦੇ ਹਿਰਦੇ ਅੰਦਰ ਜਿਹੜੀ ਲੋਭ ਲਾਲਚ ਦੀ ਵੀ ਮੈਂ ਬਹੁਤਾ ਜੋੜ ਲਵਾਂ, ਇਹ ਲਾਲਚ ਦੀ ਜਿਹੜੀ ਅੰਸ਼ ਆ ਉਹ ਥੋੜਾ ਮਾਤਰ ਵੀ ਨਹੀਂ ਹੈ। ਲੋਭ ਕੀ ਅੰਸ਼ ਨਹੀਂ ਭਾਵ ਸੰਤੋਖੀ ਆ, ਥੋੜੇ ਮਾਤਰ ਵੀ ਜਿਹਦੇ ਅੰਦਰ ਲੋਭ ਦੀ ਭੋਰਾ ਮਾਤਰ ਵੀ ਅੰਸ਼ ਹੈ ਹੀ ਨਹੀਂ, ਲੇਸ ਮਾਤਰ ਵੀ। ਨਿਤ ਦਾਨ ਦਇਆ ਮਦ ਪ੍ਰੀਤ ਲਗਾਵੇ, ਫਿਰ ਨਿਤਾ ਪ੍ਰਤੀ ਦਾਨ ਕਰਨ ਅਤੇ ਦਇਆ ਵਾਲੀ ਬਿਰਤੀ ਬਣਾ ਕੇ ਉਸ ਦਇਆ ਵਾਲੀ ਬਿਰਤੀ ਦੇ ਮਦ ਕਹੀਏ ਵਿੱਚ ਹੀ ਪ੍ਰੀਤੀ ਲਗਾਵੇ, ਪ੍ਰੀਤੀ ਪ੍ਰੇਮ ਲਗਾਉਂਦਾ ਰੱਖਦਾ ਹੈ। ਆਨਣ ਜਾਸ ਪ੍ਰਸੰਨ ਸਦਾ, ਫਿਰ ਜਿਸ ਮਨੁੱਖ ਦਾ ਆਨਣ ਜਿਹੜਾ ਮਨੁੱਖ ਆ ਸਦਾ ਕਹੀਏ ਹਮੇਸ਼ਾ ਹੀ ਪ੍ਰਸੰਨ ਰਹਿੰਦਾ, ਖੁਸ਼ ਰਹਿੰਦਾ, ਕਦੇ ਤਿਉੜੀ ਨਹੀਂ ਪੈਂਦੀ। ਪੁਨ ਕੋਮਲ ਜਾਸ ਸੁਭਾਵ ਲਖਾਵੇ, ਪੁਨ ਕਹੀਏ ਫਿਰ ਜਿਸ ਮਨੁੱਖ ਦਾ ਸੁਭਾਅ ਵੀ ਬਹੁਤ ਕੋਮਲ ਆ, ਨਰਮ ਆ, ਨਿਮਰਤਾ ਵਾਲਾ, ਲਖਾਵੇ ਕਹੀਏ ਜਾਣਿਆ ਜਾਂਦਾ ਹੈ। ਜਿਸ ਮਨੁੱਖ ਦਾ ਸੁਭਾਅ ਵੀ ਕੋਮਲ ਨਿਮਰਤਾ ਵਾਲਾ ਲਖਾਵੇ ਜਾਣਿਆ ਜਾਂਦਾ, ਲਿਖਿਆ ਜਾਂਦਾ ਹੈ। ਸੰਤ ਗੁਰੂ ਜਨਨੀ ਸਭ ਤਾਂ, ਫਿਰ ਜਿਹੜਾ ਮਨੁੱਖ ਸੰਤ ਮਹਾਤਮਾ ਜਨ ਸੰਤ ਮਹਾਰਾਜ ਗੁਰ ਕਹੀਏ ਗੁਰੂ, ਜਨਨੀ ਮਾਤਾ, ਸਭ ਦਾ ਕਹੀਏ ਪਿਤਾ ਦੇ ਮਾਤਾ ਪਿਤਾ ਗੁਰੂ ਤੇ ਸੰਤ, ਪਗ ਸੀਸ ਨਿਰੰਤਰ ਜੋ ਨ ਆਵੇ, ਤੇ ਜਿਹੜਾ ਪੁਰਸ਼ ਆਪਣੇ ਸੰਤ ਗੁਰੂ ਮਾਤਾ ਪਿਤਾ ਦੇ ਪਗ ਕਹੀਏ ਚਰਨਾਂ ਦੇ ਉੱਪਰ
ਸਿਰ ਆਪਣਾ ਨਿਰੰਤਰ ਇੱਕ ਰਸ ਹਰ ਵੇਲੇ ਭਾਵ ਰੋਜ਼ ਹੀ ਜੋ ਕਈ ਜਿਹੜਾ ਨਿਭਾਵੇ ਨਿਭਾਉਂਦਾ ਹੈ। ਜਾਂ ਮਨ ਇਹ ਗੁਣ ਪੰਜ ਬਸੈ। ਉਪਰੋਕਤ ਤੁਕਾਂ ਵਿੱਚ ਦੱਸੇ ਹੋਏ ਜਿਹੜੇ ਪੰਜ ਗੁਣ ਆ, ਜਾਂ ਕਹੀਏ ਜਿਸ ਮਨੁੱਖ ਦੇ ਮਨ ਦੇ ਵਿੱਚ ਇਹ ਪੰਜ ਗੁਣ ਬਸੇ ਕਹੀਏ ਬਸਦੇ ਹੈ, ਘਰ ਕਰਦੇ ਹੈ, ਵਸ ਰਹੇ ਹੈ। ਨਰ ਕਾ ਤਨ ਤਿਆਗ ਨਰੂ ਤਨ ਪਾਵੈ। ਕਹਿੰਦੇ ਉਹ ਮਨੁੱਖ ਦਾ ਜਿਹੜਾ ਸਰੀਰ ਤਿਆਗ, ਉਹ ਮਨੁੱਖ ਹੈ ਜੇ ਗੁਣਾਂ ਵਾਲਾ। ਨਰ ਕਾ ਤਨ ਤਿਆਗ, ਨਰ ਕਹੀਏ ਮਨੁੱਖ ਦਾ ਸਰੀਰ ਤਿਆਗ ਕੇ ਨਾ, ਤਨ ਨਾਮ ਸਰੀਰ ਦਾ, ਨਰ ਕਹੀਏ ਮਨੁੱਖ ਦਾ, ਮਨੁੱਖ ਦਾ ਸਰੀਰ ਤਿਆਗ ਕੇ ਨਰੂ ਤਨ ਪਾਵੇ। ਮਨੁੱਖਾ ਹੀ ਸਰੀਰ ਪਾਵੇ ਕਹੀਏ ਪਾ ਲਵੇਗਾ। ਨਰੂ ਤਨ, ਨਰੂ ਤਨ ਦਾ ਅਰਥ ਹੁੰਦਾ ਨਰਾਂ ਤੋਂ ਉੱਤਮ। ਨਰੂ ਭਾਵ ਨਰ, ਨਰਾਂ ਤੋਂ ਤਨ ਕਹੀਏ ਉੱਤਮ ਹੈ। ਨਰਾਂ ਤੋਂ ਉੱਤਮ ਦੇਵਤਿਆਂ ਦਾ ਜਿਹੜਾ ਨਾ, ਦੇਵਤਿਆਂ ਦਾ ਸਰੀਰ, ਦੇਵਤਿਆਂ ਦਾ ਸਰੀਰ ਉਹ ਪਾਵੇਗਾ। ਨਰੂ ਤਨ ਪਾਵੇ, ਦੇਵਤਿਆਂ ਦਾ ਸਰੀਰ ਉਹ ਪਾਵੇਗਾ। ਨਰ ਕਾ ਤਨ ਤਿਆਗ, ਮਨੁੱਖਾਂ ਦਾ ਸਰੀਰ ਤਿਆਗ ਕੇ ਨਰੂ ਕੇ ਦੇਵਤਿਆਂ ਦਾ ਤਨ ਸਰੀਰ ਪਾਵੇਗਾ। ਜਾਂ ਵੀ ਨਾ ਜਿਹੜੇ ਵਿੱਚ ਇਹ ਪੰਜ ਗੁਣ ਆ, ਉਹ ਮਨੁੱਖ ਦਾ ਸਰੀਰ ਛੱਡ ਕੇ ਫਿਰ ਉਹ ਮਨੁੱਖ ਦਾ ਜਨਮ ਹੀ ਪਾ ਲਵੇਗਾ। ਵੱਡਾ ਹੀ ਉਹ ਮਤਲਬ ਮਨੁੱਖ ਹੀ ਰਹੇਗਾ, ਉਹ ਮਾੜਾ ਨਹੀਂ ਰਹੇਗਾ। ਨਹੀਂ ਤੇ 84 ਲੱਖ ਜੂਨਾਂ ਦਾ ਗੇੜਾ ਬਣ ਜਾਂਦਾ ਹੈ। ਇਹ ਕਹਿਣ ਦਾ ਪੰਡਿਤ ਹਰਦਿਆਲ ਜੀ ਦਾ ਮਤਲਬ ਹੈ। ਚਾਹੇ ਘਣੀ ਜਿਨ ਕੈ ਮਨ ਮੈਂ, ਫਿਰ ਸਵਈਆ ਵਿਚਾਰਦੇ ਆ, ਕਹਿੰਦੇ ਜਿਸ ਮਨੁੱਖ ਦੇ, ਜਿਨ ਕੈ ਕਹੀਏ ਜਿਨ੍ਹਾਂ ਮਨੁੱਖਾਂ ਦੇ ਮਨ ਦੇ ਵਿੱਚ, ਹਾਂਜੀ ਚਾਹੇ ਕਹੀਏ ਇੱਛਾ ਕਾਹਦੀ, ਪਦਾਰਥਾਂ ਦੀ, ਪਦਾਰਥਾਂ ਦੀ ਘਣੀ ਕਹੀਏ ਬਹੁਤੀ ਲੱਗੀ ਹੋਈ, ਆ ਵੀ ਮਿਲ ਜੇ, ਆ ਵੀ ਮਿਲ ਜੇ, ਆ ਵੀ ਮਿਲ ਜੇ, ਆ ਵੀ ਪ੍ਰਾਪਤ ਹੋ ਜੇ, ਆ ਵੀ ਪ੍ਰਾਪਤ ਹੋ ਜੇ। ਪੁਨ ਜੋ ਨਰ ਨੀਤ ਸੰਤੋਖ ਤੇ ਭਾਗਤ। ਪੁਨ ਕਹੀਏ ਫਿਰ ਜੋ ਨਰ ਜਿਹੜੇ ਪੁਰਸ਼ ਨੀਤ ਕਹੀਏ ਹਮੇਸ਼ਾ ਸੰਤੋਖ ਸਤਿਬਰ ਤੋਂ ਤੇ ਭਾਗਤ ਕਹੀਏ ਭੱਜਦੇ ਹੀ ਰਹਿੰਦੇ। ਸੁਪਨੇ ਵਿੱਚ ਤੇ ਸੰਤੋਖ ਨੂੰ ਨੇੜੇ ਵੀ ਨਹੀਂ ਆਉਣ ਦਿੰਦੇ। ਇਹੋ ਜਿਹੇ ਲੋਕ ਕਈ ਹਰ ਵੇਲੇ ਮਾਇਆ ਵਿੱਚ ਹੀ ਤਾਂ ਰਹਿੰਦਾ ਜਿਹੜਾ ਮਨੁੱਖ, ਭਾਵ ਜਿਹਦੇ ਮਨ ਵਿੱਚ ਬਹੁਤ ਪਦਾਰਥਾਂ ਦੀ ਜੋੜ ਦੀ ਇੱਛਾ ਪ੍ਰਾਪਤ ਕਰਨ ਦੀ। ਫਿਰ ਜੋ ਪੁਰਸ਼ ਹਮੇਸ਼ਾ ਹੀ ਸੰਤੋਖ ਤੋਂ ਭੱਜਦੇ ਰਹਿੰਦੇ ਆ, ਜੋ ਸੁਪਨੇ ਮਹਿ ਮੂੜ ਰਹੇ। ਫਿਰ ਜੋ ਕਹੀਏ ਜਿਹੜੇ ਜਾਂ ਜਿਹੜਾ ਮਨੁੱਖ ਸੁਪਨੇ ਵਿੱਚ ਵੀ ਮੂਰਖ ਹੀ ਰਹਿ ਕਹੀਏ ਰਹਿੰਦਾ, ਅਚੇਤ ਹੀ ਰਹਿੰਦਾ, ਕੋਈ ਪਤਾ ਨਹੀਂ ਲੱਗਦਾ ਕੀ ਕਰਨ ਡਿਆ, ਪਕੜਵਾ ਕਰਦਾ ਹੈ। ਗੁਰ ਮਾਤ ਪਿਤਾ ਨਿਜ ਮਿੱਤਰਨ ਠਾਗਤ। ਫਿਰ ਨਾ ਤੇ ਵੇਖਦਾ ਗੁਰੂ, ਨਾ ਵੇਖਦਾ ਮਾਤਾ, ਨਾ ਵੇਖਦਾ ਪਿਤਾ, ਨਾ ਵੇਖਦਾ ਨਿਜ ਮਿੱਤਰਨ ਕਿ ਆਪਣੇ ਮਿੱਤਰਾਂ ਨੂੰ ਵੀ ਮੇਰੇ ਮਿੱਤਰ ਆ। ਤੇ ਠਾਗਤ ਕਹੀਏ ਹਮੇਸ਼ਾ ਠੱਗਦਾ ਹੀ ਹੈ। ਜੋ ਗੁਰੂ ਨੂੰ, ਮਾਤਾ ਪਿਤਾ ਨੂੰ, ਆਪਣੇ ਮਿੱਤਰਾਂ ਨੂੰ ਵੀ ਠੱਗਦਾ ਹੀ ਹੈ। ਝੂਠ ਬੋਲ ਕੇ ਗੁਰੂ ਨੂੰ, ਮਹਾਰਾਜ ਉੱਥੇ ਚੱਲਿਆ, ਜਾਂਦਾ ਗਲਤ ਪਾਸੇ। ਮਾਤਾ ਪਿਤਾ ਨੂੰ ਮਾਇਆ ਦੇ ਦਿਓ, ਫਲਾਣਾ ਕੰਮ ਕਰਨਾ, ਕਰਦਾ ਕੁਝ ਹੋ ਰਿਹਾ। ਮਿੱਤਰਾਂ ਦੇ ਹੱਥ ਜੀ ਜੋੜ ਕੇ ਕਹਿੰਦਾ ਮੇਰੇ ਕੋਲ ਹੈ ਕੁਝ ਨਹੀਂ, ਉਹਨਾਂ ਕੋਲ ਲੈ ਕੇ ਕਰਦਾ ਨਸ਼ੇ ਨਸ਼ੇੜੇ। ਇਸ ਤਰ੍ਹਾਂ ਜੋ ਠੱਗਦਾ ਹੈ। ਜੋ ਨਰ ਆਲਸਵੰਤ ਰਹੇ, ਜਿਹੜਾ ਨਰ ਪੁਰਸ਼ ਮਨੁੱਖ ਫਿਰ ਆਲਸਵੰਤ, ਆਲਸ ਵਾਲਾ ਰਹਿੰਦਾ, ਦਲਿਦਰੀ ਰਹਿੰਦਾ, ਹਮੇਸ਼ਾ ਡਿੱਗੂ ਡਿੱਗੂ ਕਰਦਾ, ਕੋਈ ਕੰਮ ਕਰਕੇ ਰਾਜੀ ਨਹੀਂ। ਪੁਨ ਜਾਸ ਸਦਾ ਖੁਦ ਆਦਿਕ ਲਾਗਤ। ਪੁਨ ਕਹੀਏ ਫਿਰ ਜਾਸ ਕਹੀਏ ਜਿਸ ਨੂੰ ਸਦਾ ਹਮੇਸ਼ਾ ਹੀ ਖੁਦ ਕਹੀਏ ਭੁੱਖ, ਆਦਿਕ ਤੋਂ ਲੈ ਕੇ ਲਈਏ ਪਿਆਸ, ਭੁੱਖ ਪਿਆਸ ਬਹੁਤ ਲਾਗਤ ਕੇ ਲੱਗੇ ਰਹਿੰਦੀ ਹੈ। ਹਲਕਾ ਹੈ ਕੁੱਤੇ ਵਾਂਗ, ਸਦਾ ਹਲਕੂ ਹਲਕੂ, ਆ ਵੀ ਖਾ ਲਾ, ਆ ਵੀ ਖਾ ਲਾ, ਰਸੋਈ 'ਚ ਹੀ ਰਹਿੰਦਾ ਜੋ। ਇਹ ਖਟ ਲੱਖਣ ਜਾਸ ਵਿਖੈ। ਕਹਿੰਦੇ ਇਹ ਖੱਟ ਕਹੀਏ 6 ਲੱਛਣ, ਜਾਸ ਕਹੀਏ ਜਿਸ ਦੇ ਵਿਖੇ ਕਹੀਏ ਵਿੱਚ ਆ। ਇੱਛਾ ਬਹੁਤ ਲੱਗੀ ਰਹਿਣੀ, ਸੰਤੋਖ ਤੋਂ ਰਹਿਤ ਹੋਣਾ, ਸੁਪਨੇ ਵਿੱਚ ਮੂਰਖ ਰਹਿਣਾ, ਗੁਰੂ ਮਾਤਾ ਪਿਤਾ ਤੇ ਆਪਣੇ ਮਿੱਤਰਾਂ ਨੂੰ ਠੱਗਣਾ, ਸਦਾ ਆਲਸੀ ਰਹਿਣਾ, ਭੁੱਖ ਪਿਆਸ ਲੱਗੀ ਰਹਿਣੀ। ਜਿਸ ਮਨੁੱਖ ਵਿੱਚ ਇਹ 6 ਲੱਛਣ ਹੁੰਦੇ ਆ, ਕਹਿੰਦੇ ਵਹਿ ਟੇਢਣ ਜੋਨਨ ਤੇ ਨਰ ਆਗਤ। ਕਹਿੰਦੇ ਵਹਿ ਉਹ ਜਿਹੜੇ ਨਰ ਪੁਰਸ਼ ਆ ਨਾ, ਮਨੁੱਖ
ਉਹ ਸੱਪ ਕਿਰਲੇ ਮਗਰ ਮੱਛ ਕੋੜ ਕਿਰਲੀਆਂ ਆਦਿਕ ਜਿਹੜੀਆਂ ਟੇਢਣ ਕਹੀਏ ਟੇਢੀਆਂ ਜੋਨਨ ਜੂਨਾਂ ਆ, ਉਹਨਾਂ ਤੋਂ ਤੇ ਕਹੀਏ ਉਹਨਾਂ ਤੋਂ ਹੀ ਮਨੁੱਖਾ ਜਨ ਵਿੱਚ ਆਗਤ ਕਹੀਏ ਆਇਆ ਹੋਇਆ ਸਮਝਣਾ ਚਾਹੀਦਾ। ਉਹ ਕੋੜ ਕਿਰਲੀ ਸੱਪ ਸੁੱਪ ਕੋਈ ਡੱਡੂ ਡੁੱਡੂ ਜਿਹਾ ਹੀ ਸੀ, ਤਾਂ ਹੀ ਉਹ ਇਹੋ ਜਿਹਾ ਕੰਮ ਉਹ ਕਰ ਰਿਹਾ ਹੈ। ਇਹ ਲੱਛਣ ਦੱਸੇ ਵੇਖੋ ਕਿੱਡੇ ਮਹਾਨ। ਇਹ ਆਪਾਂ ਵੇਖ ਲਈਏ ਵੀ ਸਾਡੇ 'ਚ ਕਿਹੜਾ ਕਿਹੜਾ ਹੈ, ਫਿਰ ਅਸੀਂ ਕਿਹੜੀ ਜੂਨ 'ਚੋਂ ਆਏ ਹਾਂ। ਤਕਰੀਬਨ ਇਹ ਸਾਰੇ ਢੁੱਕਦੇ ਹੀ ਹੈ ਮੇਰੇ ਵਰਗੇ ਅੰਦਰ। ਤੇ ਬਾਂਧਵ ਮਾਹੇ ਵਿਰੋਧ ਸਦਾ, ਜਿਸ ਮਨੁੱਖ ਦਾ ਆਪਣੇ ਬਾਂਧਵ ਕਹੀਏ ਰਿਸ਼ਤੇਦਾਰਾਂ ਸੰਬੰਧੀਆਂ ਵਿੱਚ ਵੀ ਸਦਾ ਵਿਰੋਧ ਹੀ, ਲੜਾਈ ਝਗੜਾ ਹੀ ਬਣਿਆ ਰਹਿੰਦਾ, ਲਾ ਕੇ ਖਾਂਦਾ ਹੀ ਨਹੀਂ ਕਿਤੇ। ਆਤ ਸੇ ਕਰ ਦੇ ਸਰੋਗ ਰਹੇ, ਫਿਰ ਆਤ ਸੇ ਕਰਕੇ ਬੇਅੰਤ ਕਰਕੇ ਜਿਹਦੀ ਦੇਹ ਵੀ ਸਾਹ ਕਹੀਏ ਸਹਿਤ ਰੋਗਾਂ ਦੇ ਰਹਿ ਰਹਿੰਦੀ ਹੈ। ਦੇਹ ਸਰੀਰ ਵੀ ਜਿਹਦਾ ਰੋਗਾਂ ਦੇ ਸਹਿਤ ਰਹਿੰਦਾ, ਕਦੀ ਜ਼ੁਕਾਮ, ਕਦੀ ਖੰਘ, ਕਦੀ ਬੁਖਾਰ, ਕਦੀ ਲੱਤਾਂ ਪੀੜ, ਕਦੀ ਢਿੱਡ ਪੀੜ, ਆਹ ਹਾਲਤ ਬਣੀ ਰਹਿੰਦੀ ਨਾ। ਬੇਅੰਤ ਕਰਕੇ ਜਿਹਦੀ ਦੇਹ ਵੀ ਰੋਗਾਂ ਦੇ ਸਹਿਤ ਹੀ ਰਹਿੰਦੀ, ਦਵਾਈ ਚੱਲਦੀ ਰਹਿੰਦੀ। ਮੂਰਖ ਜੰਤ ਕੁਸੰਗਤ ਹੈ, ਜਿਹੜਾ ਮਨੁੱਖ ਫਿਰ ਮੂਰਖ ਬੇਸਮਝ ਲੋਕ, ਇਹੋ ਜਿਹੇ ਜੰਤ ਕਹੀਏ ਜੀਵਾਂ ਦਾ ਜਿਹੜਾ ਖੋਟਾ ਸੰਗਤ ਆ, ਖੋਟਾ ਸੰਗ ਕਰਦਾ ਹੋਇਆ ਕਹੀਏ, ਜਿਹਨੂੰ ਖੋਟਾ ਸੰਗਤ ਹੋਇਆ ਕਹੀਏ ਹੁੰਦਾ ਹੀ ਰਹਿੰਦਾ। ਮੂਰਖ ਜਨਤਾ ਦਾ ਕੁਸੰਗਤ ਖੋਟੀ ਸੰਗਤ ਕਰਦਾ ਹੀ ਰਹਿੰਦਾ ਹੈ। ਅਤ ਕ੍ਰੋਧ ਸੁਭਾਵ ਸਦੀਵ ਹੈ, ਫਿਰ ਜਿਸ ਮਨੁੱਖ ਦਾ ਜਿਹੜਾ ਸੁਭਾਅ ਆ ਉਹ ਮਿੱਠਾ ਮੁੱਠਾ ਤਾਂ ਕੀ ਹੋਣਾ, ਸਗੋਂ ਅਤਿਅੰਤ ਬਹੁਤ ਜ਼ਿਆਦਾ ਨਾ ਕ੍ਰੋਧ ਵਾਲਾ ਸਦੀਵ ਹਮੇਸ਼ਾ ਹੀ ਰਹਿੰਦਾ ਹੈ ਕਹੀਏ ਹੈ। ਹਮੇਸ਼ਾ ਕ੍ਰੋਧ ਵਾਲਾ ਸੁਭਾਅ ਹੀ ਰਹਿੰਦਾ। ਅੱਖਾਂ ਲਾਲ ਬੋਲ ਫਰਕਦੇ ਰਹਿੰਦੇ ਤੇ ਗਾਲ ਮੰਦਾ ਹੀ ਲੋਕਾਂ ਨੂੰ ਕਰਦਾ ਰਹਿੰਦਾ। ਜਾਸ ਸਦੀਵ ਗਿਰਾ ਕੱਟ ਕੀ, ਫਿਰ ਜਾਸ ਕਹੀਏ ਜਿਸ ਮਨੁੱਖ ਦੀ ਗਿਰਾ ਬਾਣੀ ਬੋਲੀ ਵੀ ਸਦੀਵ ਹਮੇਸ਼ਾ ਕਟਕੀ ਕਹੀਏ ਕੌੜੀ ਹੈ, ਫਿੱਕਾ ਹੀ ਬੋਲਣਾ ਜਾਣਦਾ। ਇਹ ਪਾਂਚ ਕੁਲੱਖਣ ਜਾਸ ਗਏ। ਪੰਡਿਤ ਹਰਦਿਆਲ ਜੀ ਸਵਈਏ ਦੀ ਸਮਾਪਤੀ ਕਰਦਿਆਂ ਕਰਦਿਆਂ ਇਹ ਗੱਲ ਕਹਿ ਰਹੇ ਆ, ਇਹ ਪੰਜ ਕੁਲੱਖਣ ਜਸ ਗਏ, ਇਹ ਪੰਜ ਖੋਟੇ ਲੱਛਣ ਆ। ਇਹ ਕੋਈ ਚੰਗੀ ਗੱਲ ਨਹੀਂ ਹੈਗੀ ਵੀ ਚੰਗੀ ਗੱਲ ਆ। ਕਿਹੜੇ ਕਿਹੜੇ ਵੀ ਸੰਬੰਧੀਆਂ ਨਾਲ ਲੜਾਈ ਝਗੜਾ, ਵਿਰੋਧ, ਸਰੀਰ ਰੋਗਾਂ ਦੇ ਸਹਿਤ ਹੋਣਾ, ਮੂਰਖਾਂ ਦੀ ਖੋਟੀ ਸੰਗਤ ਕਰਦੇ ਰਹਿਣਾ, ਕ੍ਰੋਧੀ ਸੁਭਾਅ ਰਹਿਣਾ, ਕੌੜੀ ਜਿਹੜੀ ਬੋਲ ਬਾਣੀ, ਇਹ ਪੰਜ ਖੋਟੇ ਲੱਛਣ ਹੋ ਗਏ। ਇਹ ਪੰਜ ਖੋਟੇ ਲੱਛਣ ਜਾਸ ਕਹੀਏ ਜਿਸ ਮਨੁੱਖ ਨੇ ਗਹੇ ਕਹੀਏ ਗ੍ਰਹਿਣ ਕੀਤੇ ਨਾ, ਪਕੜੇ ਹੋਏ ਛੱਡਦਾ ਹੀ ਨਹੀਂ ਹੈ। ਇਹਨਾਂ ਨੂੰ ਪਕੜਿਆ ਹੋਇਆ ਪੱਕਾ ਵੀ ਮੈਂ ਨਹੀਂ ਛੱਡਣੇ। ਇਹ ਜਿਹੜੇ ਲੱਛਣ ਫੜੇ ਹੋਏ ਆ, ਤੇ ਨਰ ਤਿਆਗ ਅਏ ਨਰ ਕਾ, ਇੱਥੇ ਅਏ ਪਾਠ ਹੈ, ਅਹੇ ਪਾਠ ਨਹੀਂ ਹੈ, ਮੁੱਖ ਪਾਠ ਅਏ ਹੀ ਆ ਵੀ ਉਹ ਨਰ ਤੇ ਨਰ ਕਹੀਏ ਉਹ ਨਰ ਆਂਦੇ ਛੱਡ ਕੇ ਆਏ ਆ ਕਿਹਨਾਂ ਨੂੰ, ਨਰਕਾਂ ਨੂੰ। ਆਏ ਕਹੀਏ ਆਏ ਨਰਕਾਂ ਨੂੰ ਛੱਡ ਕੇ ਆਏ ਹੋਏ ਉਹ ਮਨੁੱਖ, ਇਹੋ ਜਿਹੇ ਲੋਕ। ਨਰ ਦੇ ਲਹੀ ਹਰਦਿਆਲ ਕਹੇ, ਪਤਾ ਕਿਹੜੇ ਕਰਮਾਂ ਕਰਕੇ ਪੰਡਿਤ ਹਰਦਿਆਲ ਜੀ ਕਹਿੰਦੇ ਆ, ਕਥਨ ਕਹੇ ਕਹੀਏ ਕਥਨ ਕਰਦੇ ਕਹਿੰਦੇ ਆ ਵੀ ਉਹਨਾਂ ਨੇ ਪਿਛਲੇ ਕਰਮਾਂ ਕਰਕੇ ਹੀ ਆਹ ਮਨੁੱਖ ਜਿਹੜੀ ਹੈ ਨਾ, ਮਨੁੱਖ ਦੀ ਦੇਹ ਜਿਹੜੀ ਉਹ ਲਈ ਹੋਈ ਪ੍ਰਾਪਤ ਕੀਤੀ ਹੋਈ ਆ। ਜਿਸ ਮਨੁੱਖ ਵਿੱਚ ਖੋਟੇ ਲੱਛਣ ਪਾਏ ਜਾਂਦੇ ਉਹ ਨਰਕਾਂ ਤੋਂ ਆਇਆ ਹੈ, ਅਤੇ ਕਿਸੇ ਪੁੰਨ ਪ੍ਰਤਾਪ ਕਰਕੇ ਪਰਮਾਤਮਾ ਨੇ ਮਨੁੱਖ ਸਰੀਰ ਦੇ ਦਿੱਤਾ ਉਹਨਾਂ ਨੂੰ। ਇਹੋ ਜਿਹੇ ਮਨੁੱਖ ਦਾ ਮਰਨ ਤੋਂ ਬਾਅਦ ਫਿਰ ਨਰਕਾਂ ਵਿੱਚ ਹੀ ਵਾਸਾ ਹੁੰਦਾ। ਅੰਜ ਦੇਹ ਪਾ ਕੇ ਵੀ ਉਹ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਵਾਲੀ ਉਹਨਾਂ ਦੀ ਗੱਲ ਹੈ। ਇਸ ਤਰ੍ਹਾਂ ਚਾਰ ਪ੍ਰਕਾਰ ਦੇ ਮਨੁੱਖਾਂ ਦੇ ਗਣਾ ਕੇ ਉਹਨਾਂ ਨੇ ਦੱਸਿਆ ਹੈ। ਇੱਥੇ ਜਿਹੜਾ ਹੈ 6ਵਾਂ ਅਧਿਆਇ ਦੀ ਸਮਾਪਤੀ ਹੋ ਰਹੀ ਹੈ। ਦੋਹਰਾ ਏਤ ਸ੍ਰੀ ਸਾਰ ਕਿਤਾਬਲੀ ਤਾਸ ਕਸ਼ਟਮੋ ਅਧਿਆਇ। ਇਹ ਕਹੀਏ ਇੱਥੇ ਸ੍ਰੀ ਸਾਰ ਕਿਤਾਬਲੀ ਗ੍ਰੰਥ ਹੈ ਜਿਹੜਾ ਤਾਸ ਕਹੀਏ ਤੇ ਇਸ ਦਾ ਕਸ਼ਟਮੋ 6ਵਾਂ ਅਧਿਆਇ ਹੈ, ਇਹਦੀ ਕਹੀਏ ਸਮਾਪਤ ਹੁੰਦਾ ਹੈ। ਚਤੁਰਾਗਤ ਲੱਖਣ ਕਹੇ, ਜਿਸ ਵਿੱਚ ਪੰਡਿਤ ਹਰਦਿਆਲ ਜੀ ਨੇ ਚਤੁਰਾਗਤ ਕਹੀਏ ਹੈ ਜਿਹੜਾ ਚਾਰ ਪ੍ਰਕਾਰ ਦੇ ਮਨੁੱਖਾਂ ਦੇ ਲੱਖਣ ਲੱਛਣ ਨਿਸ਼ਾਨ ਕਹੇ ਹੈ, ਕਥਨ ਕੀਤੇ ਹੈ। ਕਵੀ ਹਰਦਿਆਲ ਸੁਣਾਏ, ਕਵੀ ਹਰਦਿਆਲ ਪੰਡਿਤ ਜੀ ਨੇ ਸੁਣਾਏ ਕਹੀਏ, ਸੁਣਾ ਕਰਕੇ ਬਹੁਤੇ ਪਾਠ ਸੁਭਾਏ ਹੁੰਦਾ, ਇੱਥੇ ਸੁਣਾਏ ਪਾਠ ਆ।
ਕਵੀ ਹਰਦਿਆਲ ਪੰਡਤ ਜੀ ਨੇ ਸੁਣਾ ਕਰਕੇ 4 ਪ੍ਰਕਾਰ ਦੇ ਮਨੁੱਖਾਂ ਦੇ ਲੱਛਣ ਕਹੇ ਹੈ। ਜਾਂ ਚਤੁਰਾਗਤ ਕਿ ਜਿਹੜੇ ਚਤਰ ਸਰੇ ਹੈ ਸਿਆਣੇ ਆ, ਉਹਨਾਂ ਦੇ ਕਹੇ ਅਨੁਸਾਰ ਜਿਹੜੇ ਮਨੁੱਖ ਆਉਣ ਜਾਣ ਵਾਲੇ ਧਰਤੀ 'ਤੇ ਹੈ, ਮਨੁੱਖਾਂ ਦੇ ਆਉਣ ਜਾਣ ਵਾਲਿਆਂ ਦੇ ਲੱਛਣ ਕਹੇ ਹੈ, ਉਹਨਾਂ ਦੀ ਹਾਲਤ ਕਹੀ ਹੈ। ਜਾਂ ਚਤੁਰਾਗਤ ਕਹੀਏ ਜਿਹੜੇ ਆ ਸ੍ਰੇਸ਼ਟ ਮਨੁੱਖ ਆ, ਸ੍ਰੇਸ਼ਟ ਮਨੁੱਖਾਂ ਦੇ ਜਿਹੜੇ ਲੱਛਣ ਕਹੇ ਆ, ਕਈ ਵਿੱਚ ਉਹਨਾਂ ਦੇ ਵੀ ਕਹੇ ਆ। ਅਤੇ ਸ੍ਰੇਸ਼ਟ ਮਨੁੱਖਾਂ ਨੇ ਫਿਰ ਚਤੁਰਾਗਤ ਹੁੰਦਾ ਵੀ ਸ੍ਰੇਸ਼ਟ ਸਿਆਣੇ ਮਨੁੱਖਾਂ ਨੇ ਜਿਹੜੇ ਪੁੰਨੀ ਲੋਕ ਦੇ ਪਾਪੀ ਲੋਕ ਆ, ਉਹਨਾਂ ਦੇ ਆਗਤ ਕਹੀਏ ਆਉਣ ਜਾਣ ਬਾਰੇ ਜਿਹੜੇ ਲੱਛਣ ਚਿੰਨ੍ਹ ਨਿਸ਼ਾਨ ਕਹੇ ਆ। ਅਤੇ ਕਵੀ ਹਰਦਿਆਲ ਜੀ ਕਹਿੰਦੇ ਉਹ ਅਸਾਂ ਨੇ ਸੁਣਾਏ ਕਹੀਏ, ਸੁਣਾਉਣਾ ਤੁਹਾਨੂੰ ਕੀਤੇ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਵਿਚਾਰਾਂ ਦੀ ਸਮਾਪਤੀ। ਦੋਹਰਾ ਇਤ ਸ੍ਰੀ ਸਾਰ ਕਿਤਾਵਲੀ ਤਾਸ ਕਸ਼ਟਮ ਅਧਿਆਏ, ਚਤੁਰਾਗਤ ਲਖਣ ਕਹੇ ਕਵੀ ਹਰਦਿਆਲ ਸੁਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।